ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬ ਹੈਰੀਟੇਜ ਦੇ ਮੁੱਖ ਸੰਪਾਦਕ ਡਾਕਟਰ ਸਤਨਾਮ ਸਿੰਘ ਸੰਧੂ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਸੰਧੂ ਸਾਹਿਬ। ਧੰਨਵਾਦ ਸੁਖਵਿੰਦਰ, ਬਹੁਤ ਧੰਨਵਾਦ। ਧੰਨਵਾਦ ਸੰਧੂ ਸਾਹਿਬ। ਸਭ ਤੋਂ ਪਹਿਲਾਂ ਜਿਹੜਾ ਸਵਾਲ ਲਗਾਤਾਰ ਉੱਠਦਾ ਆ ਭਾਸ਼ਾ ਨੂੰ ਲੈ ਕੇ, ਇੱਕ ਮੁਲਕ ਇੱਕ ਭਾਸ਼ਾ। ਗੁਰਦਾਸ ਮਾਨ ਦਾ ਗਾਣਾ ਫੇਰ ਆ ਗਿਆ। ਉਹਨੇ ਇੱਕ ਨਵੇਂ ਤਰੀਕੇ ਦੀ ਚਰਚਾ ਛੇੜ ਦਿੱਤੀ ਹੈ। ਕੋਈ ਉਹਦੇ ਉੱਤੇ ਵਿਵਾਦ ਕਰ ਰਿਹਾ ਹੈ, ਕੋਈ ਕਹਿ ਰਿਹਾ ਹੈ ਕਿ ਉਹਨਾਂ ਨੇ ਫਿਰ ਆਪਣੀ ਗਲਤੀ ਨਹੀਂ ਮੰਨੀ। ਉਹ ਇੱਕ ਵਾਰ ਫਿਰ ਇੱਕ ਮੁਲਕ ਤੇ ਇੱਕ ਭਾਸ਼ਾ ਦੇ ਹੱਕ ਵਿੱਚ ਖੜਦੇ ਨਜ਼ਰ ਆ ਰਹੇ ਨੇ। ਮੈਨੂੰ ਵੀ ਕਈਆਂ ਨੇ ਸਵਾਲ ਕੀਤਾ ਕਿ ਜੇਕਰ ਇੱਕ ਮੁਲਕ ਇੱਕ ਭਾਸ਼ਾ ਹੋ ਜਾਂਦੀ ਹੈ, ਜਿਵੇਂ ਆਪਾਂ ਸਾਊਥ 'ਚ ਗਏ, ਉੱਥੇ ਜਾ ਕੇ ਉਹਨਾਂ ਨੂੰ ਪੰਜਾਬੀ ਤਾਂ ਸਮਝ ਨਹੀਂ ਆਉਣੀ, ਇਸ ਕਰਕੇ ਉੱਥੇ ਹਿੰਦੀ ਬੋਲਣੀ ਪੈਂਦੀ ਹੈ। ਸਾਡੇ ਲੋਕ ਬੋਲਦੇ ਵੀ ਨੇ। ਹੋਰ ਵੀ ਬਹੁਤ ਥਾਂ ਇਹੋ ਜਿਹੇ ਨੇ ਜਿੱਥੇ ਜਾ ਕੇ ਭਾਸ਼ਾ ਦਾ ਕਿਤੇ ਨਾ ਕਿਤੇ ਕਲੈਸ਼ ਨਜ਼ਰ ਆਉਂਦਾ ਇਸ ਮਸਲੇ ਨੂੰ ਲੈ ਕੇ ਕਿ ਭਾਸ਼ਾ ਸਮਝ ਨਹੀਂ ਆਉਂਦੀ। ਹਿੰਦੀ ਜ਼ਰੂਰ ਆਪਾਂ ਨੂੰ ਹਰ ਕਿਤੇ ਕੋਈ ਨਾ ਕੋਈ ਮਿਲ ਜਾਂਦਾ। ਹੁਣ ਇਹ ਕਨਸੈਪਟ ਥੋੜਾ ਕਲੀਅਰ ਕਰਿਓ। ਜਦੋਂ ਇਹ ਮਾਂ ਬੋਲੀ ਦੀ ਗੱਲ ਕੀਤੀ ਜਾਂਦੀ ਆ, ਜੋ ਕੁਝ ਗੁਰਦਾਸ ਮਾਨ ਕਹਿੰਦੇ ਰਹੇ ਨੇ ਤੇ ਹੁਣ ਵੀ ਕਹਿ ਰਹੇ ਨੇ, ਇਹਦੇ ਚ ਸੁਖਵਿੰਦਰ ਦੋ ਗੱਲਾਂ ਅਲੱਗ-ਅਲੱਗ ਕਰਕੇ ਸਮਝਣ ਵਾਲੀਆਂ। ਇੱਕ ਗੱਲ ਤਾਂ ਇਹ ਹੈ ਕਿ ਜੋ ਗੁਰਦਾਸ ਮਾਨ ਕਹਿ ਰਹੇ ਹੈ, ਉਹਨਾਂ ਦੇ ਗੀਤ ਦੇ ਵਿੱਚ ਇੱਕ ਕਿਸਮ ਦੀ ਉਹਨਾਂ ਨੇ ਆਪਣੀ ਕਲੈਰੀਫਿਕੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ, ਆਪਣਾ ਗੁੱਸਾ ਜ਼ਾਹਰ ਕੀਤਾ ਹੈ, ਆਪਣੇ ਕੀਤੇ ਹੋਏ ਕੰਮ ਦਾ ਵਿਖਿਆਨ ਕੀਤਾ ਹੈ। ਉਹ ਜੋ ਉਹਨਾਂ ਦਾ ਵਿਰੋਧ ਹੋ ਰਿਹਾ ਇਹਦੇ ਬਾਰੇ ਕੀ ਸੋਚਦੇ ਆ, ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਬਾਰੇ ਆਪਾਂ ਬਾਅਦ ਚ ਗੱਲ ਕਰਾਂਗੇ। ਇਸ ਤੋਂ ਪਹਿਲੀ ਗੱਲ ਜਿਹੜੀ ਸਭ ਤੋਂ ਮਹੱਤਵਪੂਰਨ ਹੈ ਕਿ ਕੀ ਇੱਕ ਰਾਸ਼ਟਰ ਦੀ ਇੱਕ ਭਾਸ਼ਾ ਹੋਣੀ ਚਾਹੀਦੀ ਹੈ, ਕੀ ਇੱਕ ਰਾਸ਼ਟਰ ਦਾ ਇੱਕੋ ਹੀ ਕਲਚਰ ਹੋਣਾ ਚਾਹੀਦਾ ਹੈ, ਕਿ ਇੱਕ ਰਾਸ਼ਟਰ ਦਾ ਮਤਲਬ ਉਹਨਾਂ ਚਿਰ ਉਹ ਰਾਸ਼ਟਰ ਨਹੀਂ ਬਣਦਾ ਜਿੰਨਾ ਚਿਰ ਸਾਰੇ ਲੋਕ ਇੱਕ ਤਰੀਕੇ ਨਾਲ ਨਾ ਸੋਚਣ। ਇਹਨਾਂ ਸਾਰੀਆਂ ਗੱਲਾਂ ਦਾ ਕੋਈ ਅੰਤ ਨਹੀਂ ਹੁੰਦਾ। ਜਦੋਂ ਅਸੀਂ ਕਹਾਂਗੇ ਕਿ ਇੱਕ ਰਾਸ਼ਟਰ ਦੀ ਇੱਕ ਭਾਸ਼ਾ ਹੋਵੇ ਤਾਂ ਗੱਲ ਇੱਥੇ ਰੁਕਣੀ ਨਹੀਂ। ਇਸ ਤੋਂ ਬਾਅਦ ਅਸੀਂ ਆਖਾਂਗੇ ਕਿ ਇੱਕ ਰਾਸ਼ਟਰ ਦਾ ਇੱਕੋ ਹੀ ਧਰਮ ਹੋਵੇ, ਫਿਰ ਅਸੀਂ ਕਹਾਂਗੇ ਕਿ ਇੱਕ ਰਾਸ਼ਟਰ ਦਾ ਇੱਕੋ ਹੀ ਪਹਿਰਾਵਾ ਹੋਵੇ, ਫਿਰ ਅਸੀਂ ਕਹਾਂਗੇ ਕਿ ਇੱਕ ਰਾਸ਼ਟਰ ਦਾ ਇੱਕੋ ਹੀ ਖਾਣਾ ਹੋਵੇ, ਤੇ ਅਲਟੀਮੇਟਲੀ ਅਸੀਂ ਇਸ ਗੱਲ ਤੇ ਆ ਜਾਾਂਗੇ, ਅਸੀਂ ਕਹਾਂਗੇ ਕਿ ਇੱਕ ਰਾਸ਼ਟਰ ਦੀ ਸੋਚ ਵੀ ਇੱਕ ਹੋਵੇ। ਇਹ ਹੈ ਜਿਹੜਾ ਸਾਡਾ ਡੈਮੋਕ੍ਰੇਸੀ ਹੈ, ਉਸ ਦੇ ਬਿਲਕੁਲ ਹੀ ਉਲਟ ਸਿਧਾਂਤ ਹੈ, ਤੇ ਨਾ ਹੀ ਇਹ ਪਹਿਲਾਂ ਪ੍ਰਵਾਨ ਸੀ, ਨਾ ਹੀ ਅੱਜ ਪ੍ਰਵਾਨ ਹੈ। ਦੂਸਰੀ ਗੱਲ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਰਾਸ਼ਟਰ ਦੇ ਬਾਕੀ ਖਿੱਤਿਆਂ ਦੇ ਵਿੱਚ ਜਾਂਦੇ ਹਾਂ ਤਾਂ ਉੱਥੇ ਜਿਹੜੀ ਹਿੰਦੀ ਭਾਸ਼ਾ ਉਸ ਦੇ ਨਾਲ ਸਾਨੂੰ ਕੋਈ ਗੱਲਬਾਤ ਕਰਨ ਵਾਲਾ ਮਿਲ ਜਾਂਦਾ ਹੈ। ਪਹਿਲੀ ਗੱਲ ਤਾਂ ਇਹ ਕਲੀਅਰ ਹੋਣੀ ਚਾਹੀਦੀ ਹੈ ਕਿ ਹਿੰਦੀ ਨੂੰ ਕਿਤੇ ਵੀ ਸੰਵਿਧਾਨਕ ਤੌਰ ਤੇ ਰਾਸ਼ਟਰ ਭਾਸ਼ਾ ਹੋਣ ਦਾ ਕਿਤੇ ਵੀ ਇਸ ਕਿਸਮ ਦਾ ਦਰਜੇਬੰਦੀ ਦੇ ਵਿੱਚ ਸਥਾਨ ਹਾਸਲ ਨਹੀਂ ਹੈ। ਜਿਵੇਂ ਬਾਕੀ ਦੀਆਂ ਹਿੰਦੁਸਤਾਨ ਦੀਆਂ ਭਾਸ਼ਾਵਾਂ, ਉਹਨਾਂ ਭਾਸ਼ਾਵਾਂ ਦੇ ਵਿੱਚੋਂ ਉਹ ਵੀ ਇੱਕ ਭਾਸ਼ਾ ਹੈ, ਨੰਬਰ 1। ਨੰਬਰ 2 ਤੇ ਜਿਹੜੀ ਹਿੰਦੀ ਹੈ, ਹਿੰਦੀ ਵੀ ਇੱਕ ਭਾਸ਼ਾ ਨਹੀਂ ਹੈ। ਸਕ੍ਰਿਪਟ ਜ਼ਰੂਰ ਉਸ ਦੀ ਦੇਵਨਾਗਰੀ ਹੈ। ਜੋ ਪੰਜਾਬ ਹਰਿਆਣੇ ਦੇ ਵਿੱਚ ਬੋਲੀ ਜਾਣ ਵਾਲੀ ਹਿੰਦੀ ਹੈ ਉਹ ਵੱਖਰੀ ਕਿਸਮ ਦੀ ਹੈ, ਰਾਜਸਥਾਨ ਦੇ ਵਿੱਚ ਬੋਲੀ ਜਾਣ ਵਾਲੀ ਹਿੰਦੀ ਵੱਖਰੀ ਕਿਸਮ ਦੀ ਹੈ, ਝਾੜਖੰਡ, ਯੂਪੀ, ਬਿਹਾਰ, ਸਾਰੇ ਪ੍ਰਦੇਸ਼ਾਂ ਵਿੱਚ ਹਿੰਦੀ ਦਾ ਨਾ ਤਾਂ ਇੱਕ ਸਰੂਪ ਹੈ, ਨਾ ਹੀ ਇੱਕ ਕਿਸਮ ਦੀ ਸ਼ਬਦਾਵਲੀ ਹੈ। ਇਸ ਕਰਕੇ ਅਸੀਂ ਇੱਕ ਭਾਸ਼ਾ ਇਸ ਨੂੰ ਨਹੀਂ ਕਹਿ ਸਕਦੇ। ਤੀਸਰੀ ਗੱਲ, ਜੇ ਅਸੀਂ ਇੱਕ ਰਾਸ਼ਟਰ ਤੇ ਇੱਕ ਭਾਸ਼ਾ ਦੀ ਗੱਲ ਕਰੀਏ, ਜੇ ਅਸੀਂ ਇਸ ਨੂੰ ਕੇਵਲ ਵਿਹਾਰਕ ਪੱਧਰ ਤੇ ਦੇਖਣਾ ਹੋਵੇ ਕਿ ਇਹਦੇ ਨਾਲ ਸਾਨੂੰ ਸਹੂਲਤ ਹੁੰਦੀ ਹੈ, ਇਹਦੇ ਨਾਲ ਸਾਨੂੰ ਸੁੱਖ ਮਿਲਦਾ ਹੈ, ਤਾਂ ਫਿਰ ਕਿਉਂ ਨਹੀਂ ਅਸੀਂ ਉਹੀ ਲੈਂਗੁਏਜ ਅਪਣਾ ਲੈਂਦੇ ਜਿਹੜੀ ਸਾਨੂੰ ਵਿਸ਼ਵ ਪੱਧਰ ਤੇ ਇੱਕ ਦੂਜੇ ਨਾਲ ਜੋੜ ਦੂਗੀ। ਉਸ ਲਿੰਕ ਲੈਂਗੁਏਜ ਨੂੰ ਅਸੀਂ ਅੰਗਰੇਜ਼ੀ ਆਖਦੇ ਹਾਂ। ਜੇ ਤੁਹਾਡੀ ਪਾਰਲੀਮੈਂਟ ਦੀ ਡਿਬੇਟ ਦੇ ਵਿੱਚ ਤੁਹਾਡੇ ਵੱਡੇ ਵੱਡੇ ਕੱਢੇ ਜਾਣ ਵਾਲੇ ਸਰਕੂਲਰ ਤੇ ਤੁਹਾਡੀ ਹੋਰ ਬਹੁਤ ਸਾਰੀ ਕਾਰਜਸ਼ਾਲਾ ਹੈ ਜਿਹੜੀ ਉਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੁੰਦੀ ਹੈ, ਤੇ ਤੁਸੀਂ ਭਾਸ਼ਾ ਨੂੰ ਕੇਵਲ ਸੰਚਾਰ ਦਾ ਮਾਧਿਅਮ ਗਿਣਦੇ ਹੋ ਤੇ ਭਾਸ਼ਾ ਨੂੰ ਇਸ ਕਰਕੇ ਇੱਕ ਬਣਾਉਣੀ ਚਾਹੁੰਦੇ ਹੋ ਕਿ ਸਾਰੇ ਰਾਸ਼ਟਰ ਦੇ ਲੋਕ ਇੱਕ ਭਾਸ਼ਾ ਰਾਹੀਂ ਆਪਣੀ ਗੱਲਬਾਤ ਕਰ ਸਕਣ, ਸਮਝ ਸਕਣ, ਤਾਂ ਫਿਰ ਕਿਉਂ ਨਾ ਅਸੀਂ ਇੱਕ ਵਧੀਆ ਟੂਲ ਲਈਏ ਜਿਹੜਾ ਸਾਨੂੰ ਅੰਤਰਰਾਸ਼ਟਰੀ ਪੱਧਰ ਤੇ ਇੱਕ ਦੂਜੇ ਦੇ ਨਾਲ ਜੋੜੇ। ਅਸੀਂ ਲਿੰਕ ਜੇ ਸਥਾਪਿਤ ਕਰਨਾ ਭਾਰਤ ਦੀਆਂ ਹੱਦਾਂ ਤੋਂ ਬਾਹਰ ਜਾ ਕੇ ਵੀ ਕਰ ਸਕੀਏ, ਤਾਂ ਫਿਰ ਅਸੀਂ ਲਿੰਕ ਲੈਂਗੁਏਜ ਦੇ ਤੌਰ ਤੇ ਕਿਉਂ ਨਾ ਸਿੱਧੇ ਤੌਰ ਤੇ ਅੰਗਰੇਜ਼ੀ ਨੂੰ ਹੀ ਅਪਣਾ ਲਈਏ। ਹੁਣ ਰਹੀ ਗੱਲ ਇੱਕ ਭਾਸ਼ਾ ਇੱਕ ਰਾਸ਼ਟਰ ਦੀ ਰਾਜਨੀਤੀ ਦੀ, ਅਸਲ 'ਚ ਗੱਲ ਇਹ ਰਹੀ ਹੈ ਕਿ ਅਸੀਂ ਰਾਸ਼ਟਰਵਾਦ ਦੇ ਨਾਂ ਤੇ ਜਿਹੜੀਆਂ ਛੋਟੀਆਂ ਰਾਸ਼ਟਰੀਅਤਾਂ ਹੈ
ਅਸੀਂ ਇੱਕ ਬਹੁ ਕੌਮੀ ਦੇਸ਼ ਦੀ ਥਾਂ ਤੇ ਇੱਕ ਕੌਮੀ ਦੇਸ਼ ਬਣਾਉਣਾ ਚਾਹੁੰਦੇ ਹਾਂ। ਅਸੀਂ ਵੱਖ-ਵੱਖ ਜਿਹੜੀਆਂ ਧਰਮਾਂ ਦੀ ਵੰਨ-ਸੁਵੰਨਤਾ ਹੈ, ਵੱਖ-ਵੱਖ ਸੱਭਿਆਚਾਰਾਂ ਦੀ ਵੰਨ-ਸੁਵੰਨਤਾ ਹੈ, ਵੱਖ-ਵੱਖ ਖੇਤਰਾਂ ਦਾ ਲੋਕ ਸਾਹਿਤ ਹੈ, ਵੱਖ-ਵੱਖ ਖੇਤਰਾਂ ਦੀਆਂ ਬੋਲੀਆਂ ਹੈ, ਉਹਨਾਂ ਨੂੰ ਬੁਨਿਆਦੀ ਤੌਰ ਤੇ ਖਤਮ ਕਰਕੇ ਇੱਕ ਆਧਾਰ ਬਣਾ ਕੇ ਇੱਕੋ ਇੱਕ ਭਾਸ਼ਾ ਨੂੰ ਸਥਾਪਿਤ ਕਰਨਾ ਚਾਹੁੰਦੇ ਹਾਂ, ਜਿਹੜੀ ਆਪਣੇ ਆਪ ਦੇ ਵਿੱਚ ਨਾ ਕਦੇ ਮੰਨੀ ਗਈ ਗੱਲ ਹੈ, ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਮੰਨੀ ਜਾਣੀ ਹੈ। ਕਿਉਂਕਿ ਹਰ ਥਾਂ ਤੇ ਰੀਜਨਲ ਕਿਸਮ ਦੀ ਭਾਸ਼ਾ ਦੀਆਂ ਡਾਇਮੈਂਸ਼ਨ ਮੌਜੂਦ ਰਹੀਆਂ ਤੇ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਵੀ ਮੌਜੂਦ ਰਹਿਣਗੀਆਂ। ਹੁਣ ਆਪਾਂ ਗੱਲ ਕਰਦੇ ਹਾਂ ਦੂਸਰੇ ਪੱਖ ਦੀ, ਜਿਹਦੇ ਬਾਰੇ ਗੁਰਦਾਸ ਮਾਨ ਕਰਕੇ ਚਰਚਾ ਛਿੜੀ ਹੋਈ ਹੈ। ਗੁਰਦਾਸ ਮਾਨ ਨੇ ਜਦੋਂ, ਕਿਉਂਕਿ ਹੋ ਸਕਦਾ ਹੈ ਰਾਸ਼ਟਰੀ ਪੱਧਰ ਤੇ ਵਿਚਰਦੇ ਹੋਣ ਕਰਕੇ, ਪੰਜਾਬ ਤੋਂ ਬਾਹਰ ਰਹਿੰਦੇ ਹੋਣ ਕਰਕੇ, ਉਹਨਾਂ ਦਾ ਆਪਣਾ ਖਿਆਲ ਹੋ ਸਕਦਾ ਹੈ। ਉਹਨਾਂ ਨੇ ਇਸ ਖਿਆਲ ਨੂੰ ਲੈ ਕੇ ਆਪਣੇ ਪਹਿਲੇ ਜਦੋਂ ਕੰਟਰੋਵਰਸੀ ਸ਼ੁਰੂ ਹੋਈ ਸੀ ਤਾਂ ਇੱਕ ਰਾਸ਼ਟਰ ਇੱਕ ਭਾਸ਼ਾ ਵਾਲੀ ਗੱਲ ਨੂੰ ਕਿਤੇ ਨਾ ਕਿਤੇ ਹਮਾਇਤ ਕੀਤੀ ਸੀ। ਉਸ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ। ਇੱਕ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਹਰ ਵਿਅਕਤੀ ਨੂੰ ਆਪਣੇ ਵਿਚਾਰ ਹੈ ਜਿਹੜੇ ਉਹ ਦੇਣ ਦਾ ਅਧਿਕਾਰ ਹੈ, ਪਰ ਨਾਲ ਹੀ ਨਾਲ ਇਹ ਹੁੰਦਾ ਹੈ ਕਿ ਜਦੋਂ ਤੁਹਾਡੇ ਵਿਚਾਰਾਂ ਕਾਰਨ ਤੁਹਾਡੇ ਲੱਖਾਂ ਦੀ ਗਿਣਤੀ ਵਿੱਚ ਫਾਲੋਅਰ ਹੋਣ, ਫਿਰ ਤੁਹਾਡਾ ਨਿੱਜ ਕੁਛ ਨਹੀਂ ਰਹਿੰਦਾ। ਫਿਰ ਤੁਸੀਂ ਇੱਕ ਸਮਾਜ ਦੇ ਪ੍ਰਾਣੀ ਬਣ ਜਾਂਦੇ ਹੋ, ਸਮਾਜ ਦੇ ਹੀਰੇ ਬਣ ਜਾਂਦੇ ਹੋ, ਸਮਾਜ ਦੇ ਕਲਾਕਾਰ ਬਣ ਜਾਂਦੇ ਹੋ। ਨਿੱਜ ਤੁਹਾਡਾ ਉਦੋਂ ਤੱਕ ਹੀ ਰਹਿੰਦਾ ਹੈ ਜਦੋਂ ਤੁਸੀਂ ਦੂਜੇ ਲੋਕਾਂ ਦੇ ਨਾਲ ਨਹੀਂ ਜੁੜਦੇ, ਜਦੋਂ ਤੁਹਾਡੀ ਪ੍ਰਸਿੱਧੀ, ਤੁਹਾਡੀ ਗਾਇਕੀ, ਤੁਹਾਡਾ ਸੱਭਿਆਚਾਰ, ਪਹਿਰਾਵਾ, ਬੋਲੀ ਸਾਰੇ ਸਮੂਹ ਨਾਲ ਜੁੜ ਜਾਂਦੀ ਹੈ ਤਾਂ ਉਹ ਸਮੂਹਕ ਹੋ ਜਾਂਦੀ ਹੈ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਸ ਲੈਵਲ ਦੀ ਕੰਟਰੋਵਰਸੀ ਨੂੰ ਉਹਨਾਂ ਨੇ ਪਹਿਲਾਂ ਵੀ ਕੁਝ ਬਿਆਨ ਦੇ ਕੇ ਇਹਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਹੁਣ ਜੇ ਅਸੀਂ ਵਿਸ਼ੇਸ਼ ਤੌਰ ਤੇ ਇਸ ਗਾਣੇ ਦੀ ਗੱਲ ਕਰੀਏ, ਗਾਣੇ ਦੇ ਵਿੱਚ ਉਹਨਾਂ ਨੇ ਕੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਗਾਣੇ ਦੇ ਵਿੱਚ ਬੁਨਿਆਦੀ ਤੌਰ ਤੇ ਇਹ ਗਾਣਾ ਘੱਟ ਹੈ। ਮੈਨੂੰ ਇਹ ਲੱਗਦਾ ਹੈ ਕਿ ਉਸ ਕੰਟਰੋਵਰਸੀ ਬਾਰੇ ਉਹਨਾਂ ਵੱਲੋਂ ਕੀਤਾ ਗਿਆ ਰਿਵਿਊ ਵੱਧ ਹੈ। ਤੁਸੀਂ ਗਾਣੇ ਨੂੰ ਧਿਆਨ ਨਾਲ ਦੇਖੋ ਤਾਂ ਉਸ ਦੇ ਵਿੱਚ ਜਗ੍ਹਾ ਜਗ੍ਹਾ ਤੇ ਆਪਣੇ ਪਹਿਲਾਂ ਗਾਏ ਹੋਏ ਪੰਜਾਬੀ ਦੇ ਹੱਕ ਵਿੱਚ ਗਾਣਿਆਂ ਦੀਆਂ ਤਖਤੀਆਂ ਦਿਖਾਈਆਂ ਜਾਂਦੀਆਂ। ਨਾਲ ਹੀ ਨਾਲ ਪੰਜਾਬੀ ਭਾਸ਼ਾ ਦੇ ਨਾਂ ਤੇ ਉਹਨਾਂ ਦੇ ਹੋ ਰਹੇ ਵਿਰੋਧ ਦੇ ਸਵਰ ਨੂੰ ਵੀ ਦਿਖਾਇਆ ਜਾਂਦਾ ਹੈ। ਗੁਰਦਾਸ ਮਾਨ ਆਪਣੇ ਤਰੀਕੇ ਨਾਲ ਆਪਣੀ ਮਾਂ ਕੋਲੋਂ ਇਸ ਗੱਲ ਦੀ ਜਸਟੀਫਿਕੇਸ਼ਨ ਮੰਗ ਰਿਹਾ ਹੈ ਕਿ ਮੇਰਾ ਗਾਇਆ ਹੋਇਆ, ਮੇਰਾ ਪਹਿਲਾਂ ਕਿਹਾ ਹੋਇਆ ਕੀ ਕਿਸੇ ਦੇ ਕਹੇ ਨਾਲ ਸਾਰਾ ਵੀਰਾਨ ਹੋ ਗਿਆ, ਕਿ ਮੈਨੂੰ ਕੋਈ ਅਧਿਕਾਰ ਨਹੀਂ ਹੈ। ਗੱਲ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਜਦੋਂ ਇਹ ਦੂਸਰਾ ਗਾਣਾ ਆਇਆ ਹੈ, ਅੱਜ ਦੇ ਤੇਜ਼ ਸਮਾਜਿਕ ਦੌਰ ਦੇ ਵਿੱਚ ਇਹ ਗੱਲ ਬਿਲਕੁਲ ਠੰਡੇ ਬਸਤੇ ਵਿੱਚ ਪੈ ਗਈ ਸੀ। ਹੁਣ ਇਸ ਗੱਲ ਨੂੰ ਦੁਬਾਰਾ ਫਿਰ ਚਰਚਾ ਦੇ ਵਿੱਚ ਲਿਆਉਣਾ, ਇਸ ਗੱਲ ਬਾਰੇ ਦੁਬਾਰਾ ਫਿਰ ਕਹਿਣਾ ਦੇ ਦੋ ਹੀ ਕਾਰਨ ਹੋ ਸਕਦੇ ਹੈ। ਜਾਂ ਤਾਂ ਇਹ ਹੈ ਕਿ ਗੁਰਦਾਸ ਮਾਨ ਇਹ ਦੱਸਣਾ ਚਾਹੁੰਦੇ ਆ ਕਿ ਮੈਂ ਆਪਣੀ ਪਹਿਲੀ ਗੱਲ ਤੇ ਬਿਲਕੁਲ ਕਾਇਮ ਹੈ। ਦੂਸਰੀ ਗੱਲ ਇਹ ਵੀ ਹੋ ਸਕਦੀ ਹੈ ਕਿ ਗੁਰਦਾਸ ਮਾਨ ਇਹ ਕਹਿਣਾ ਚਾਹੁੰਦੇ ਹੋਣ ਕਿ ਜਿਨ੍ਹਾਂ ਨੇ ਮੇਰਾ ਵਿਰੋਧ ਕੀਤਾ ਸੀ ਮੈਂ ਉਹਨਾਂ ਨਾਲ ਸਹਿਮਤ ਨਹੀਂ ਹੈ, ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ, ਮੈਂ ਪੰਜਾਬੀ ਮਾਂ ਬੋਲੀ ਦੇ ਨਾਲ ਖੜਾ ਹਾਂ। ਇਸ ਕਰਕੇ ਇਸ ਗਾਣੇ ਨੂੰ ਸੁਣਨ ਤੋਂ ਬਾਅਦ ਦੋਵੇਂ ਤਰ੍ਹਾਂ ਦੇ ਅਰਥ ਕੱਢੇ ਜਾ ਸਕਦੇ ਆ, ਜਿਹੜੇ ਮੀਡੀਆ ਦੇ ਵਿੱਚ ਲਗਾਤਾਰ ਕੱਢੇ ਵੀ ਜਾ ਰਹੇ ਆ। ਸੁਖਵਿੰਦਰ, ਕੁੱਲ ਮਿਲਾ ਕੇ ਗੱਲ ਤਾਂ ਉੱਥੇ ਹੀ ਆ ਕੇ ਮੁੱਕਦੀ ਹੈ ਕਿ ਇੱਕ ਮੁਲਕ ਇੱਕ ਭਾਸ਼ਾ, ਉਹ ਹਲੇ ਵੀ ਉਹ ਰੇੜਕਾ ਮੁੱਕਣ ਦਾ ਨਾਮ ਨਹੀਂ ਲੈਣਾ। ਪਰ ਮੇਰੇ ਸੰਧੂ ਸਾਹਿਬ ਧਿਆਨ ਵਿੱਚ ਇਹ ਆ ਰਿਹਾ ਸੀ ਇੱਕ ਹੋਰ ਸਵਾਲ ਕਿ ਅੰਗਰੇਜ਼ੀ ਇਹ ਮੁਲਕ ਦਾ ਹਿੱਸਾ ਕਦੋਂ ਤੋਂ ਬਣੀ, ਸਾਡੀ ਜ਼ੁਬਾਨ ਦਾ ਹਿੱਸਾ ਕਦੋਂ ਤੋਂ ਬਣੀ। ਨਾਲੇ ਪੰਜਾਬ ਦੇ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਅੰਗਰੇਜ਼ੀ ਨੂੰ ਮੈਨੂੰ ਲੱਗਦਾ ਜੱਫਾ ਪਾਇਆ, ਜਿਵੇਂ ਆਇਲਸ ਕਰ ਲਈ, ਬਾਹਰ ਤੁਰ ਗਏ, 12ਵੀਂ ਕੀਤੀ ਤਾਂ ਵੀ ਬਾਹਰ ਤੁਰ ਗਏ। ਮਤਲਬ ਇਹ ਬਹੁਤ ਇਹੋ ਜਿਹਾ ਰੁਝਾਨ ਹੈ ਮਤਲਬ ਅੰਗਰੇਜ਼ੀ ਦੇ ਵੱਲ ਵਧਣ ਦਾ। ਦੇਖੋ ਭਾਸ਼ਾਵਾਂ ਜਿਹੜੀਆਂ ਉਹ ਸਦਾ ਇੱਕ ਤਰ੍ਹਾਂ ਦੀਆਂ ਨਹੀਂ ਰਹਿੰਦੀਆਂ। ਸਾਡਾ ਮੁਲਕ ਹੈ ਜਿਹੜਾ ਇਹ 5500 ਤੋਂ 6000 ਸਾਲ ਪੁਰਾਣਾ ਹੈ। ਜਿਸ ਜਗ੍ਹਾ ਤੇ ਅਸੀਂ ਰਹਿ ਰਹੇ ਹਾਂ, ਇਸ ਸਭਿਅਤਾ ਦੇ ਜੇ ਇਤਿਹਾਸ ਦੇ ਵਿੱਚ ਜਾਈਏ, ਇਹ ਮੋਹਨਜੋਦੜੋ ਤੇ ਹੜੱਪਾ ਤੋਂ ਸ਼ੁਰੂ ਹੋ ਜਾਂਦੀ ਹੈ। ਇਸ ਦੇ ਇੱਕ ਦੌਰ ਨੂੰ ਆਰੀਆ ਦੇ ਆਉਣ ਤੋਂ ਪਹਿਲਾਂ ਪ੍ਰੀ ਆਰੀਅਨ ਦੌਰ ਕਿਹਾ ਜਾਂਦਾ ਹੈ। ਫਿਰ ਸਾਡੇ ਤੇ ਬਾਹਰੋਂ ਚਰਵਾਹਿਆਂ ਦੇ ਰੂਪ ਵਿੱਚ ਆਰੀਅਨ ਲੋਕ ਆਏ। ਆਰੀਅਨ ਲੋਕ ਜਦੋਂ ਆਏ, ਉਹਨਾਂ ਤੋਂ ਬਾਅਦ ਹੌਲੀ ਹੌਲੀ ਸਾਡੇ ਵੈਦਿਕ ਸੰਸਕ੍ਰਿਤੀ ਪ੍ਰਚਲਿਤ ਹੋਈ ਤੇ ਸੰਸਕ੍ਰਿਤ ਭਾਸ਼ਾ ਜਿਹੜੀ ਉਹਦੇ ਵਿੱਚ 4 ਵੇਦ ਰਚੇ ਗਏ ਤੇ ਪ੍ਰਮੁੱਖ ਭਾਸ਼ਾ ਬਣ ਕੇ ਸਾਡੇ ਸਾਹਮਣੇ ਆਈ। ਉਸ ਤੋਂ ਬਾਅਦ ਫਿਰ ਕੀ ਹੋਇਆ ਕਿ ਵੱਖ-ਵੱਖ ਬੋਲੀਆਂ ਜਿਹੜੀਆਂ ਉਹ ਪ੍ਰਚਲਿਤ ਹੋਣ ਲੱਗੀਆਂ। ਹਰ ਖੇਤਰ ਦੇ ਹਿਸਾਬ ਨਾਲ, ਹਰ ਸੱਭਿਆਚਾਰ ਦੇ ਹਿਸਾਬ ਨਾਲ ਸਾਡੇ ਕੋਲੇ ਬਹੁਤ ਸਾਰੀਆਂ ਜਿਹੜੀਆਂ ਬੋਲੀਆਂ ਉਹ ਆਈਆਂ। ਇਹਨਾਂ ਸਾਰੀਆਂ ਬੋਲੀਆਂ ਬਾਰੇ ਵੱਖ-ਵੱਖ ਵਿਦਵਾਨਾਂ ਨੇ ਖੋਜ ਵੀ ਕੀਤੀ। ਉਹ ਖੋਜ ਨੂੰ 2 ਹਿੱਸਿਆਂ ਵਿੱਚ ਵੰਡਿਆ ਗਿਆ। ਜਿਹੜੇ ਤਾਂ ਬਰਤਾਨਵੀ ਮੂਲ ਦੇ ਵਿਦਵਾਨ ਸੀ, ਉਹਨਾਂ ਨੇ ਕਿਹਾ ਕਿ ਵਿਸ਼ਵ ਦੀਆਂ ਸਾਰੀਆਂ ਭਾਸ਼ਾਵਾਂ ਜਿਹੜੀਆਂ ਉਹ 3 ਭਾਸ਼ਾਵਾਂ ਦੇ ਵਿੱਚੋਂ ਨਿਕਲੀਆਂ ਹੋਈਆਂ, ਜਿਨ੍ਹਾਂ ਨੂੰ ਸੰਸਕ੍ਰਿਤ, ਲੈਟਿਨ ਤੇ ਗ੍ਰੀਕ ਕਿਹਾ ਜਾਂਦਾ ਹੈ।
ਜਦੋਂ ਭਾਰਤੀ ਮੂਲ ਦੀਆਂ ਭਾਸ਼ਾਵਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਨਾਂ ਨੇ ਇੱਕੋ ਨੁਕਤੇ ਦੇ ਵਿੱਚ ਗੱਲ ਮੁਕਾਤੀ ਕਿ ਭਾਰਤੀ ਮੂਲ ਦੀਆਂ ਸਾਰੀਆਂ ਭਾਸ਼ਾਵਾਂ, ਜਿਨ੍ਹਾਂ ਦੇ ਵਿੱਚ ਪੰਜਾਬੀ ਵੀ ਹੈ, ਉਹ ਸਾਰੀਆਂ ਦੀਆਂ ਸਾਰੀਆਂ ਭਾਸ਼ਾਵਾਂ ਜਿਹੜੀਆਂ ਉਹ ਬ੍ਰਹਮੀ ਦੇ ਵਿੱਚੋਂ ਨਿਕਲੀਆਂ ਹੋਈਆਂ ਹੈ, ਕਿਉਂਕਿ ਬ੍ਰਹਮੀ ਬ੍ਰਹਮਾ ਦੇ ਮੂੰਹ ਦੇ ਵਿੱਚੋਂ ਨਿਕਲੀ ਹੋਈ ਹੈ। ਬ੍ਰਹਮਾ ਤੋਂ ਪਹਿਲਾਂ ਕੋਈ ਭਾਸ਼ਾ ਨਹੀਂ ਸੀ। ਇਸ ਕਰਕੇ ਸਿਧਾਂਤਕ ਤੌਰ ਤੇ ਇਹ ਅੱਜ ਦੀ ਗੱਲ ਨਹੀਂ ਹੈ। ਇਹ ਗੌਰੀ ਸ਼ੰਕਰ ਹਜ਼ਾਰੀ ਪ੍ਰਸਾਦ ਓਝਾ ਦੀ ਲਿਖੀ ਹੋਈ ਪੁਸਤਕ ਭਾਰਤ ਦੀ ਪ੍ਰਾਚੀਨ ਲਿਪੀ ਮਾਲਾ, ਜਿਹੜੀ ਭਾਸ਼ਾ ਵਿਭਾਗ ਪੰਜਾਬ ਨੇ ਛਾਪੀ ਹੈ, ਉਸ ਦੇ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਬ੍ਰਹਮੀ ਦੇ ਵਿੱਚੋਂ ਨਿਕਲੀਆਂ ਹੋਈਆਂ ਭਾਸ਼ਾਵਾਂ, ਜਿਹਦੇ ਚ ਮਾਘ ਦੀ, ਅਰਧ ਮਾਘ ਦੀ, ਖਰੋਸ਼ਟੀ, ਇਸ ਕਿਸਮ ਦੀਆਂ ਜਿਹੜੀਆਂ ਛੋਟੀਆਂ ਭਾਸ਼ਾਵਾਂ ਵਿਕਸਿਤ ਹੋ ਕੇ ਸਾਡੀ ਪੰਜਾਬੀ ਬਣੀ। ਸਾਡਾ ਮਸਲਾ ਜਿਹੜਾ ਉਹ ਭਾਸ਼ਾਵਾਂ ਦੇ ਵਿਕਾਸ ਵਿੱਚੋਂ ਨਿਕਲ ਕੇ ਅੱਜ ਤੱਕ ਦੇ ਦੌਰ ਵਿੱਚ ਆਉਣ ਤੱਕ ਦਾ ਨਹੀਂ ਹੈ। ਸਮੇਂ ਦੀ ਲੋੜ ਅਨੁਸਾਰ ਜਿਹੜੀਆਂ ਭਾਸ਼ਾਵਾਂ ਦਾ ਪਰਚਮ ਲਹਿਰਾਉਂਦਾ ਹੈ, ਅੱਜ ਉਹ ਭਾਸ਼ਾਵਾਂ ਦਾ ਨਾਮੋ ਨਿਸ਼ਾਨ ਖਤਮ ਹੋ ਚੁੱਕਿਆ ਹੈ। ਸੰਸਕ੍ਰਿਤ ਭਾਸ਼ਾ ਐਸੀ ਭਾਸ਼ਾ ਹੈ ਜਿਹਦੀ ਵਿਸ਼ਵ ਦੇ ਵਿੱਚ ਸਭ ਤੋਂ ਸ਼ਾਇਦ ਪ੍ਰਮਾਣਿਕ ਗ੍ਰਾਮਰ ਹੈ। ਵਿਸ਼ਵ ਦੇ ਸਭ ਤੋਂ ਵੱਡੇ ਗ੍ਰੰਥ ਉਸ ਦੇ ਵਿੱਚ ਰਚੇ ਗਏ। ਅੱਜ ਉਹ ਭਾਸ਼ਾ ਕਿੱਥੇ ਹੈ? ਉਸ ਭਾਸ਼ਾ ਨੂੰ ਅੱਜ ਮੁਰਦਾ ਭਾਸ਼ਾ ਜਾਂ ਡੈਡ ਲੈਂਗੁਏਜ ਕਿਹਾ ਜਾਂਦਾ। ਇਸੇ ਤਰੀਕੇ ਨਾਲ ਜਦੋਂ ਕਿਸੇ ਭਾਸ਼ਾ ਨੂੰ ਵਰਤਿਆ ਨਾ ਜਾਵੇ, ਉਸ ਭਾਸ਼ਾ ਨੂੰ ਜ਼ਿਆਦਾ ਅਸੀਂ ਕੁੰਡੇ ਜਿੰਦੇ ਲਾ ਕੇ ਬੰਦ ਕਰ ਦਈਏ ਤਾਂ ਉਹ ਭਾਸ਼ਾ ਮਰ ਜਾਂਦੀ ਹੈ। ਜਾਂ ਜਿਸ ਤਰੀਕੇ ਨਾਲ ਅਸੀਂ ਮੂਲ ਗੱਲ ਕਰ ਰਹੇ ਹਾਂ, ਹਿੰਦੀ ਭਾਸ਼ਾ ਦਾ ਪਰਚਮ ਲਹਿਰਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾ ਸਿਰਫ ਪੰਜਾਬ ਤੇ ਹਮਲਾ ਹੋ ਰਿਹਾ ਹੈ, ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਹੈ ਜਿਹੜਾ, ਪੰਜਾਬ ਦੇ ਨਾਲ ਲੱਗਦੇ ਖਿੱਤਿਆਂ ਵਿੱਚ ਉੱਥੋਂ ਦੇ ਲੋਕਾਂ ਦਾ ਆਮ ਆਉਣ ਜਾਣ ਹੈ। ਡੋਗਰੀ ਕਿਸੇ ਸਮੇਂ ਪੰਜਾਬ ਦਾ ਹਿੱਸਾ ਸੀ, ਪੰਜਾਬੀ ਬੋਲੀ ਜਾਂਦੀ ਸੀ। ਜਿਹੜੀ ਸਾਡੀ ਸੋਲਨ ਤੱਕ ਦਾ ਇਲਾਕਾ ਹੈ, ਜੰਮੂ ਦਾ ਇਲਾਕਾ ਹੈ, ਹਰਿਆਣੇ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਸੀ। ਤਾਂ ਜੇ ਰਾਜਨੀਤੀ ਕਰੀ ਗਈ, ਰਾਜਨੀਤੀ ਦੇ ਨਾਲ ਹਰਿਆਣੇ ਦੇ ਵਿੱਚ ਸੈਕੰਡ ਲੈਂਗੁਏਜ ਸੰਸਕ੍ਰਿਤ ਨੂੰ ਬਣਾਇਆ ਗਿਆ, ਜਿਹੜੀ ਅੱਜ ਕੱਲ ਸਾਰੇ ਲੋਕਾਂ ਨੇ ਮੰਨ ਲਿਆ ਕਿ ਉਹ ਤਕਰੀਬਨ ਡੈਡ ਲੈਂਗੁਏਜ ਹੈ, ਬਹੁਤ ਘੱਟ ਲੋਕ ਉਹਨੂੰ ਬੋਲਣ ਵਾਲੇ ਬੱਚੇ ਹੈ। ਇੱਕ ਸਮਾਂ ਸੀ ਜਦੋਂ ਹਰਿਆਣੇ ਦੇ ਵਿੱਚ ਸੈਕੰਡ ਲੈਂਗੁਏਜ ਤੇਲਗੂ ਨੂੰ ਬਣਾ ਦਿੱਤਾ ਗਿਆ। ਮੈਂ ਇਹ ਕਹਿਣਾ ਹੈ ਕਿ ਤੁਹਾਨੂੰ ਕੋਈ ਅਧਿਕਾਰ ਨਹੀਂ ਕਿ ਤੁਸੀਂ ਆਪਣੀ ਭਾਸ਼ਾ ਦੇ ਵਿਕਾਸ ਲਈ ਦੂਸਰੀਆਂ ਭਾਸ਼ਾਵਾਂ ਦਾ ਗਲ ਘੁੱਟੋ। ਤੇ ਜਦੋਂ ਤੁਸੀਂ ਆਪਣੀ ਭਾਸ਼ਾ ਦਾ ਪ੍ਰਚਾਰ ਕਰਦੇ ਹੋ ਤਾਂ ਉਸ ਪ੍ਰਚਾਰ ਨੂੰ ਸਾਡਾ ਗੀਤਕਾਰ ਵੱਡੇ ਪੱਧਰ ਤੇ ਲਿਜਾ ਕੇ ਕਹੇ, ਇਹ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਬਾਹਲੀ ਸਿਆਣੀ ਗੱਲ ਨਹੀਂ ਹੈ। ਜਿਹੜੇ ਸਾਡੇ ਸਟਾਰ ਹੁੰਦੇ ਆ ਉਹਨਾਂ ਦੀ ਗੱਲ ਦੂਰ ਤੱਕ ਅਸਰ ਰੱਖਦੀ ਹੈ। ਜੇ ਸਾਡੇ ਗੀਤਕਾਰਾਂ ਨਾਲ ਹਥਿਆਰਾਂ ਦਾ ਕਲਚਰ ਵਧਿਆ ਹੈ, ਗੀਤਕਾਰਾਂ ਦੇ ਨਾਲ, ਸਾਡੇ ਸੰਗੀਤ ਦੇ ਨਾਲ ਸਾਡੇ ਮੁਲਕ ਦੇ ਵਿੱਚ ਅਧਿਆਤਮਵਾਦ ਆਇਆ, ਸੂਫੀਆਂ ਦੇ ਸੰਗੀਤ ਦੇ ਨਾਲ ਸਾਡੇ ਬਹੁਤ ਸਾਰਾ ਪੰਜਾਬੀ ਸੱਭਿਆਚਾਰ ਆਇਆ ਹੈ, ਤਾਂ ਜੇ ਅਸੀਂ ਇੱਕ ਭਾਸ਼ਾ ਨੂੰ ਇਸ ਪ੍ਰਕਾਰ ਪ੍ਰੋਪੇਗੇਟ ਕਰਾਂਗੇ ਤਾਂ ਉਹ ਸ਼ਾਇਦ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਉਸ ਤੇ ਆਪਣਾ ਰਿਐਕਸ਼ਨ ਜ਼ਰੂਰ ਦੇਣਗੇ। ਇਹੀ ਕਾਰਨ ਹੈ ਕਿ ਉਸ ਤੇ ਇੰਨਾ ਰਿਐਕਸ਼ਨ ਦਿੱਤਾ ਜਾ ਰਿਹਾ ਹੈ। ਤੇ ਮੈਂ ਇਸ ਕਰਕੇ ਕਿਹਾ ਸੀ, ਤੁਸੀਂ ਕਿਹਾ ਕਿ ਅੰਗਰੇਜ਼ੀ ਨੂੰ ਪੰਜਾਬੀਆਂ ਨੇ ਫਿਰ ਕਿਉਂ ਜੱਫਾ ਪਾਇਆ। ਅੱਜ ਦੀ ਡੇਟ ਦੇ ਵਿੱਚ ਅੰਗਰੇਜ਼ੀ ਨੌਕਰੀ ਦੀ ਭਾਸ਼ਾ ਹੈ, ਅੰਗਰੇਜ਼ੀ ਤੁਹਾਨੂੰ ਚੰਗਾ ਜੀਵਨ ਦੇਣ ਦੀ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਦੇ ਨਾਲ ਤੁਹਾਡਾ 4 ਪੈਸਿਆਂ ਦਾ ਮੁੱਲ ਪੈਂਦਾ ਹੈ ਵਿਸ਼ਵ ਦੇ ਵਿੱਚ ਜਦੋਂ ਜਾਂਦੇ ਹੋ। ਇਸ ਕਰਕੇ ਹਰ ਵਿਅਕਤੀ ਇਹ ਚਾਹੁੰਦਾ ਹੈ ਕਿ ਜਿਸ ਤਰੀਕੇ ਨਾਲ ਉਸ ਦੀ ਪ੍ਰਤਿਭਾ ਦਾ ਵਿਕਾਸ ਹੁੰਦਾ ਹੈ, ਉਸ ਨੂੰ ਉਧਰਲੇ ਪਾਸੇ ਜਾਣਾ ਚਾਹੀਦਾ ਹੈ। ਇਹ ਵੱਖਰੀ ਗੱਲ ਹੈ ਕਿ ਉਹ ਨਾਲ ਆਪਣਾ ਸੱਭਿਆਚਾਰ, ਆਪਣੀ ਭਾਸ਼ਾ ਨੂੰ ਕਿੰਨਾ ਕੁ ਲੈ ਕੇ ਜਾਂਦਾ ਹੈ। ਸੁਖਵਿੰਦਰ, ਬਿਲਕੁਲ, ਇਹ ਤੁਹਾਡੇ ਤੇ ਹੀ ਡਿਪੈਂਡ ਕਰਦਾ ਕਿ ਤੁਸੀਂ ਮਾਂ ਬੋਲੀ ਨੂੰ ਕਿਸ ਢੰਗ ਦੇ ਨਾਲ ਸੰਭਾਲਣਾ। ਠੀਕ ਹੈ, ਵਿਕਾਸ ਹੋਣਾ ਚਾਹੀਦਾ, ਅੱਗੇ ਵਧਦੇ ਨੇ, ਵਿਸ਼ਵ ਪੱਧਰ ਦੇ ਉੱਤੇ ਪੰਜਾਬੀਆਂ ਦਾ ਡੰਕਾ ਵੱਜਦਾ, ਪਰ ਜਦੋਂ ਕੋਈ ਵੀ ਕਿਸੇ ਵੀ ਸਟੇਟ ਦਾ ਆਪਣੀ ਮਾਂ ਬੋਲੀ ਨੂੰ ਵਿਸਾਰਦਾ ਤਾਂ ਫਿਰ ਕਿੰਤੂ ਪਰੰਤੂ ਜਾਂ ਸਵਾਲ ਉਹਦੇ ਤੇ ਖੜੇ ਜ਼ਰੂਰ ਹੁੰਦੇ ਨੇ। ਇੱਕ ਸਵਾਲ ਮੇਰੇ ਧਿਆਨ 'ਚ ਹੋਰ ਆਉਂਦਾ ਕਿ ਪੰਜਾਬੀ ਪ੍ਰਭਾਵ ਬਹੁਤ ਛੇਤੀ ਕਬੂਲਦੇ ਨੇ। ਤੁਸੀਂ ਜਿਵੇਂ ਕਿਹਾ ਕਿ ਮੁਲਕ ਦੇ ਅੰਦਰ ਵੱਖੋ ਵੱਖਰੀਆਂ ਸੱਭਿਅਤਾ ਆਉਂਦੀਆਂ ਰਹੀਆਂ। ਹੁਣ ਜਿਵੇਂ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ 'ਚ ਚਰਚਾ ਚੱਲ ਰਹੀ ਹੈ ਕਿ ਪੰਜਾਬ ਨੂੰ ਈਸਾਈ ਬਹੁ ਗਿਣਤੀ ਸਟੇਟ ਬਣਾਉਣ ਦੇ ਵੱਲ ਵਧਾਇਆ ਜਾ ਰਿਹਾ। ਹੁਣ ਭਾਜਪਾ ਵੱਲੋਂ ਚਲੋ ਕਹਿਣਾ ਉਹਨੂੰ ਸਿਆਸੀ ਤੌਰ ਤੇ ਲੈ ਲਿਆ ਜਾਵੇ ਜਾਂ ਫਿਰ ਕਿਸੇ ਵੀ ਢੰਗ ਨਾਲ ਸੋਚ ਲਿਆ ਜਾਵੇ, ਪਰ ਇੱਕ ਵਾਰ ਤਾਂ ਚਿੰਤਾ ਕਰਨੀ ਜ਼ਰੂਰ ਬਣਦੀ ਹੈ ਕਿ ਬਿਸ਼ਪ ਇਹ ਗੱਲ ਕਹਿ ਦਿੰਦੇ ਨੇ ਕਿ ਜਿਹੜੇ ਪਾਸਟਰ ਕਰਾਮਾਤਾਂ ਦੀਆਂ ਗੱਲਾਂ ਕਰਦੇ ਨੇ ਜਾਂ ਫਾਇਰ ਕਰਦੇ ਨੇ, ਸਾਡੇ ਮੱਤ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਹੈਗਾ। ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਕਾਨੂੰਨੀ ਕਾਰਵਾਈ ਦੋਹਾਂ ਪਾਸਿਆਂ ਤੋਂ ਜਾਂ ਬਿਸ਼ਪ ਹੋਣਾ ਵੱਲੋਂ ਜਾਂ ਫਿਰ ਜਥੇਦਾਰ ਸਾਹਿਬਾਨ ਵੱਲੋਂ ਇਹ ਕਿਉਂ ਨਹੀਂ ਕੀਤੀ ਜਾਂਦੀ, ਜੇ ਤੁਹਾਨੂੰ ਵਾਕਈ ਲੱਗਦਾ ਹੈ ਕਿ ਪੰਜਾਬ ਨੂੰ ਈਸਾਈ ਬਹੁ ਗਿਣਤੀ ਵੱਲ ਤੋਰਿਆ ਜਾ ਰਿਹਾ ਹੈ। ਇਹ ਕਹਿਣਾ ਭਾਜਪਾ ਦੇ ਆਰਨ ਸਿੰਘ ਦਾ, ਜਿਹੜੇ ਦਿੱਲੀ ਤੋਂ ਨੇ, ਉਹਨਾਂ ਦੇ ਸੀਨੀਅਰ ਮੈਂਬਰ ਨੇ। ਬਿਲਕੁਲ, ਉਹਨਾਂ ਨੇ ਇਹ ਕਿਹਾ ਹੈ ਕਿ ਜੇ ਜਿਹੜਾ ਬਿਸ਼ਪ ਹੈ ਉਹ ਇਹ ਕਹਿ ਰਹੇ ਹੈ ਕਿ ਕਰਾਮਾਤਾਂ ਕਰਨ ਵਾਲੇ ਜਿਹੜੇ ਹੋਰ ਈਸਾਈ ਧਰਮ ਦੇ ਪ੍ਰਚਾਰਕ ਹੈ ਉਹਨਾਂ ਨੂੰ ਅਸੀਂ ਕੋਈ ਜਗ੍ਹਾ ਨਹੀਂ ਦਿੰਦੇ, ਉਹ ਨਕਲੀ ਵਿਅਕਤੀ ਹੈ ਜਿਹੜੇ ਇਸ ਕਿਸਮ ਦੀਆਂ ਗੱਲਾਂ ਕਰ ਰਹੇ ਹੈ।
ਤਾਂ ਇੱਥੇ ਜਿਹੜੇ ਆਰਪੀ ਸਿੰਘ ਹੋਣਾ ਨੇ ਗੱਲ ਕਰੀ ਸੀ, ਉਹ ਇਹ ਕਰੀ ਸੀ ਕਿ ਉਹ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ, ਉਹਨਾਂ ਤੇ ਫਿਰ ਕੇਸ ਰਜਿਸਟਰ ਕਿਉਂ ਨਹੀਂ ਕਰਾਉਂਦੇ। ਇਹਦੇ ਨਾਲ ਹੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਸੀ, ਉਹਨਾਂ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਨਾਲ ਮੀਟਿੰਗ ਹੋਈ। ਉਸ ਮੀਟਿੰਗ ਦੇ ਵਿੱਚ ਜਥੇਦਾਰ ਸਾਹਿਬ ਨੇ ਕਿਹਾ ਕਿ ਸੰਵਿਧਾਨਿਕ ਤੌਰ ਤੇ, ਨੈਤਿਕ ਤੌਰ ਤੇ ਧਾਰਮਿਕ ਤੌਰ ਤੇ ਕਿਸੇ ਵੀ ਵਿਅਕਤੀ ਦਾ ਲਾਲਚ ਦੇ ਕੇ ਧਰਮ ਪਰਿਵਰਤਨ ਕਰਾਉਣਾ ਜਿਹੜਾ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਇਸ ਕਰਕੇ ਜਿੰਨੇ ਵੀ ਧਾਰਮਿਕ ਤੌਰ ਤੇ ਵੱਡੇ ਤਰੀਕੇ ਨਾਲ ਵਿਰੋਧ ਕੀਤਾ ਜਾ ਸਕਦਾ ਹੈ, ਉਹ ਜਥੇਦਾਰ ਅਕਾਲ ਤਖਤ ਵੱਲੋਂ ਜਿਤਾਇਆ ਗਿਆ। ਨਾਲ ਹੀ ਨਾਲ ਜਿਹੜੀ ਉਹ ਇਕੱਠੀ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਹੋਈ, ਉਸ ਦੇ ਵਿੱਚ ਜਿਹੜੇ ਈਸਾਈ ਮਤ ਵੱਲੋਂ ਉਹਨਾਂ ਦੇ ਪ੍ਰਤੀਨਿਧ ਆਏ ਹੋਏ ਸੀ, ਉਹ ਇਹ ਉੱਚੇ ਸਵਰ ਦੇ ਵਿੱਚ ਕਹਿੰਦੇ ਹੋਏ ਸੁਣੇ ਗਏ ਕਿ ਜਿਹੜੇ ਵਿਅਕਤੀ ਆਪਣੇ ਆਪ ਨੂੰ ਮਸੀਹ ਕਹਿ ਕੇ ਧਰਮ ਪਰਿਵਰਤਨ ਕਰਾਉਂਦੇ ਆ, ਸਾਡਾ ਉਹਨਾਂ ਨਾਲ ਸਿੱਧੇ ਜਾਂ ਟੇਢੇ ਢੰਗ ਨਾਲ ਕੋਈ ਸੰਬੰਧ ਨਹੀਂ ਹੈ, ਬਲਕਿ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ। ਕਰਾਮਾਤਾਂ ਦੀ ਸਾਡੇ ਧਰਮ ਦੇ ਵਿੱਚ ਇਸ ਕਿਸਮ ਦੀ ਕੋਈ ਜਗ੍ਹਾ ਨਹੀਂ ਹੈ। ਇਹ ਗੱਲਾਂ ਉਹ ਹੋਈਆਂ ਜਿਹੜੀਆਂ ਵੱਖ-ਵੱਖ ਕਾਰਨਰਸ ਤੋਂ ਸਾਨੂੰ ਮਿਲੀਆਂ। ਹੁਣ ਜਦੋਂ ਅਸੀਂ ਇਹਨਾਂ ਤੇ ਟਿੱਪਣੀ ਕਰਦੇ ਹਾਂ ਤਾਂ ਟਿੱਪਣੀ ਦਾ ਮਤਲਬ ਇਹ ਹੈ ਕਿ ਈਸਾਈ ਧਰਮ ਆਪਣਾ ਪ੍ਰਚਾਰ ਕਰਨ ਲਈ 100 ਸਾਲ ਤੋਂ ਲੱਗੇ ਹੋਏ ਹੈ। ਉਹਨਾਂ ਨੇ ਸਾਡੇ ਧਰਮ ਗ੍ਰੰਥਾਂ ਨੂੰ ਆਪਣੀ ਭਾਸ਼ਾ ਵਿੱਚ ਉਹਨਾਂ ਦਾ ਪਰਿਵਰਤਨ ਕੀਤਾ। ਸਾਡੇ ਪੰਜਾਬ ਦੇ ਵਿੱਚ ਉਹਨਾਂ ਨੇ ਸਕੂਲ ਸ਼ੁਰੂ ਕੀਤੇ, ਸਾਡੇ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੇ ਹਸਪੀਟਲ ਸ਼ੁਰੂ ਕੀਤੇ, ਉਹਨਾਂ ਨੇ ਬਹੁਤ ਸਾਰੀਆਂ ਸੇਵਾਵਾਂ ਸ਼ੁਰੂ ਕੀਤੀਆਂ। ਇਹ ਸਾਰਾ ਕੁਝ ਵਾਪਰ ਕਿਉਂ ਰਿਹਾ ਹੈ? ਅਸੀਂ ਇਸ ਤੇ ਈਸਾਈਆਂ ਨੂੰ ਇਕੱਲਿਆਂ ਨੂੰ ਦੋਸ਼ ਕਿਉਂ ਦਿੰਨੇ ਆ? ਇਸ ਸਾਰੇ ਕੁਝ ਦੇ ਪਿੱਛੇ ਅਸੀਂ ਖੁਦ ਕਿਉਂ ਵੀ ਦੋਸ਼ੀ ਨਹੀਂ ਹੈ? ਤੁਹਾਡੇ ਵਿੱਚੋਂ ਆਪਣਾ ਧਰਮ ਛੱਡ ਕੇ ਕੋਈ ਵਿਅਕਤੀ ਦੂਸਰੇ ਧਰਮ ਦੇ ਵਿੱਚ ਜਾਂਦਾ ਕਿਉਂ ਹੈ? ਉਹਦੀ ਮਜਬੂਰੀ ਕੀ ਹੈ? ਤੁਸੀਂ ਕਿਸੇ ਨੂੰ ਡੰਡੇ ਨਾਲ ਆਪਣੇ ਧਰਮ ਦੇ ਵਿੱਚ ਅੱਜ ਦੇ ਡੈਮੋਕ੍ਰੇਸੀ ਵਾਲੇ ਮੁਲਕ ਦੇ ਵਿੱਚ ਕਿਵੇਂ ਰੱਖ ਸਕਦੇ ਹੋ? ਇਹਦਾ ਮਤਲਬ ਇਹ ਹੋਇਆ ਕਿ ਤੁਹਾਡੇ ਧਰਮ ਦੇ ਵਿੱਚ, ਤੁਹਾਡੇ ਸਮਾਜ ਦੇ ਵਿੱਚ, ਤੁਹਾਡੇ ਵਿਹਾਰ ਦੇ ਵਿੱਚ, ਤੁਹਾਡੀ ਨੈਤਿਕਤਾ ਦੇ ਵਿੱਚ ਕਿਤੇ ਨਾ ਕਿਤੇ ਕਮਜ਼ੋਰੀਆਂ ਆਈਆਂ, ਜਿਹੜੇ ਵਿਅਕਤੀਆਂ ਨੂੰ ਈਸਾਈਅਤ ਵੱਲ ਜਾਣ ਲਈ ਪ੍ਰੇਰਿਤ ਕਰ ਰਹੀਆਂ। ਦੂਸਰੀ ਗੱਲ, ਅਸੀਂ ਈਸਾਈਅਤ ਦਾ ਇਕੱਲੀ ਦਾ ਕਿਉਂ ਰੌਲਾ ਪਾਉਣੇ ਆ? ਅਸੀਂ ਉਹਨਾਂ ਡੇਰਿਆਂ ਨੂੰ ਮਾਫ ਕਰੀ ਜਾਂਦੇ ਆ ਜਿਹੜੇ ਡੇਰਿਆਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਲੋਕ ਜ਼ਾਹਰਾ ਤੌਰ ਤੇ ਜਾ ਰਹੇ ਆ। ਇਸ ਕਰਕੇ ਜਦੋਂ ਅਸੀਂ ਦੋ ਕਿਸਮ ਦੀ ਨੀਤੀ ਬਣਾ ਕੇ ਕਿਸੇ ਵੀ ਕਾਰਜ ਨੂੰ ਅੱਗੇ ਲੈ ਕੇ ਚੱਲਦੇ ਆ ਤਾਂ ਬਹੁਤ ਵਾਰੀ ਉਹ ਕਾਰਜ ਹੈ ਜਿਹੜਾ ਧਾਰਮਿਕ ਨਾਲੋਂ, ਸਮਾਜਿਕ ਨਾਲੋਂ ਰਾਜਨੀਤਿਕ ਜ਼ਿਆਦਾ ਲੱਗਣ ਲੱਗ ਜਾਂਦਾ ਹੈ। ਮੈਨੂੰ ਇਹ ਲੱਗਦਾ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮੁੱਚੇ ਰੂਪ ਦੇ ਵਿੱਚ ਦੇਖਣਾ ਚਾਹੀਦਾ ਹੈ। ਸਾਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਸਾਰਿਆਂ ਧਿਰਾਂ ਬਾਰੇ ਇੱਕੋ ਜਿਹਾ ਪੈਂਤੜਾ ਰੱਖੀਏ। ਜੇ ਅਸੀਂ ਧਰਮ ਪਰਿਵਰਤਨ ਦੀ ਗੱਲ ਕਰਦੇ ਹਾਂ, ਕਿਹੜੇ ਧਰਮ ਵੱਲ ਲੋਕ ਜਾ ਰਹੇ ਹੈ, ਕਿੰਨਾ ਲੋਕਾਂ ਨੂੰ ਅਸੀਂ ਆਪਣੇ ਧਰਮ ਵਿੱਚੋਂ ਬਾਹਰ ਕੱਢ ਰਹੇ ਹਾਂ, ਕਿੰਨਾ ਲੋਕਾਂ ਨੂੰ ਅਸੀਂ ਆਪਣੇ ਧਰਮ ਦੇ ਵਿੱਚ ਸਥਾਨ ਹੀ ਨਹੀਂ ਦੇ ਰਹੇ, ਕਿੰਨਾ ਧਰਮਾਂ ਨੂੰ ਅਸੀਂ, ਕਿੰਨਾ ਵਿਅਕਤੀਆਂ ਨੂੰ ਆਪਣੇ ਧਰਮ ਵਿੱਚ ਆਉਣ ਤੋਂ ਰੋਕਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ। ਇਹ ਸਾਰੀਆਂ ਗੱਲਾਂ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ। ਇਹਨਾਂ ਸਾਰੀਆਂ ਗੱਲਾਂ ਨੂੰ ਸਮੁੱਚੇ ਰੂਪ ਵਿੱਚ ਹੀ ਦੇਖ ਕੇ ਸਮਝਣਾ ਚਾਹੀਦਾ ਹੈ। ਸੁਖਵਿੰਦਰ, ਵੱਖੋ ਵੱਖਰੇ ਡੇਰਾਵਾਦ ਨੂੰ ਲੈ ਕੇ ਵੀ ਸਵਾਲ ਜਿਹੜੇ ਨੇ ਉੱਠਣੇ ਦਰੁਸਤ ਨੇ ਕਿ ਉਹਨਾਂ ਦੇ ਵੱਲ ਜਦੋਂ ਕੋਈ ਜਾਂਦਾ ਤਾਂ ਉਦੋਂ ਨਹੀਂ ਸਵਾਲ ਖੜਾ ਹੁੰਦਾ। ਸਿੱਧਾ ਨਾਮ ਲੈ ਦਈਏ ਤੇ ਰਾਮ ਰਹੀਮ ਦੇ ਡੇਰੇ ਵੱਲ ਜਾਂ ਰਾਧਾ ਸੁਆਮੀਆਂ ਵੱਲ ਜਾਂ ਨਿਰੰਕਾਰੀਆਂ ਵੱਲ ਜਾਂ ਭੈਣੀ ਸਾਹਿਬ ਵਾਲਿਆਂ ਵੱਲ, ਉਹਨਾਂ ਦੀਆਂ ਵੱਖੋ ਵੱਖਰੀਆਂ ਆਪੋ ਆਪਣੇ ਢੰਗ ਦੀਆਂ ਜਿਹੜੀਆਂ ਪ੍ਰਚਾਰ ਕਰਨ ਦੇ ਢੰਗ ਤਰੀਕੇ ਨੇ, ਜਿਹਦੇ ਵਿੱਚ ਲੋਕ ਪ੍ਰਭਾਵਿਤ ਹੁੰਦੇ ਨੇ, ਜੁੜਦੇ ਨੇ। ਫਿਰ ਉਹਨਾਂ ਦੇ ਨਾਲ ਕੋਈ ਤਾਂ ਗੱਲ ਹੋਏਗੀ। ਜਿਹੜਾ ਚੱਪੇ ਚੱਪੇ ਤੇ ਗੁਰਦੁਆਰੇ ਹੋਣ ਦੇ ਬਾਵਜੂਦ ਵੀ ਜਦੋਂ ਤੁਹਾਨੂੰ ਅੱਜ ਇਹ ਕਹਿਣਾ ਪੈਂਦਾ ਕਿ ਸਿੱਖਾਂ ਦਾ ਧਰਮ ਪਰਿਵਰਤਨ ਜਾਂ ਸਿੱਖ ਧਰਮ ਪਰਿਵਰਤਿਤ ਹੋ ਰਹੇ ਨੇ, ਸਵਾਲ ਬਹੁਤ ਉੱਠਦੇ ਨੇ ਇਸ ਮਸਲੇ ਦੇ ਉੱਤੇ। ਹੁਣ ਗੱਲ ਹੈ ਪੰਜਾਬ ਦੀ ਉਸ ਸਮੱਸਿਆ ਦੀ ਜਿਹੜੀ ਲਗਾਤਾਰ ਜਦੋਂ ਤੋਂ ਗ੍ਰੀਨ ਰੈਵੋਲੂਸ਼ਨ ਆਇਆ ਉਸ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਕੁਝ ਜ਼ਿਆਦਾ ਹੀ ਚਰਚਾ ਹੋਣ ਲੱਗੀ। ਦਿੱਲੀ ਦੇ ਵਿੱਚ ਜੇ ਧੂਏ ਦੀ ਗੱਲ ਤੁਰਦੀ ਹੈ ਤਾਂ ਪੰਜਾਬ ਦੀ ਪਰਾਲੀ ਦਾ ਮਸਲਾ ਉੱਠ ਖੜਦਾ। ਫੇਰ ਉੱਠਿਆ ਤੇ ਕੇਂਦਰ ਸਰਕਾਰ ਨੇ ਕਹਿੰਦੇ ਹੱਥ ਪਿੱਛੇ ਕਰ ਲਏ। ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਇੱਕ ਵਾਰ ਫੇਰ ਪਹੁੰਚ ਕਰਾਂਗੇ। ਹਰਿਆਣਾ ਮਾਫ ਕਰਨਾ, ਦਿੱਲੀ ਨੂੰ ਨਾਲ ਲੈ ਕੇ ਚੱਲਣਾ ਸੀਗਾ, ਸਹਿਯੋਗ ਸੀਗਾ ਸਬਸਿਡੀ ਦਾ ਕਿ 500 ਅਸੀਂ ਦੇਾਂਗੇ ਪੰਜਾਬ ਤੇ ਦਿੱਲੀ 1000 ਰੁਪਇਆ 1500 ਸ਼ਾਇਦ ਜਿਹੜਾ ਆ ਉਹ ਅਸੀਂ ਕਹਿੰਦੇ ਕੇਂਦਰ ਸਰਕਾਰ ਤੋਂ ਲਵਾਂਗੇ। ਪਰ ਕੇਂਦਰ ਸਰਕਾਰ ਇਸ ਮਸਲੇ ਦੇ ਉੱਤੇ ਕਹਿੰਦੇ ਸੁਹਿਰਦ ਨਜ਼ਰ ਨਹੀਂ ਆਉਂਦੀ। ਆਪਾਂ ਜੇ ਹੱਲ ਵੱਲ ਗੱਲ ਕਰੀਏ, ਪ੍ਰੋਫੈਸਰ ਸਾਹਿਬ ਤੁਹਾਨੂੰ ਇਹਦਾ ਹੱਲ ਕੀ ਲੱਗਦਾ ਕਿ ਪਰਾਲੀ ਵਾਲੇ ਮਸਲੇ ਦਾ ਹੱਲ ਕੀ ਕੱਢਿਆ ਜਾਵੇ? ਕਿਸ ਤਰ੍ਹਾਂ ਨਾਲੇ ਕਿਸਾਨਾਂ ਦਾ ਬਚਾਅ ਰਵੇ ਨਾਲੇ ਸਰਕਾਰ ਦਾ ਬਚਾਅ ਰਹੇ? ਦੇਖੋ, ਮਸਲਾ ਇਹ ਹੈ ਕਿ ਜਿਹੜੀ ਪਰਾਲੀ ਵਾਲੇ ਮਸਲੇ ਤੇ 500 ਰੁਪਇਆ ਪੰਜਾਬ ਦੇਊ, 500 ਦਿੱਲੀ ਤੇ 1500 ਕੇਂਦਰ ਦੇਊਗਾ, ਇਸ ਤੇ ਹੋ ਰਹੀ ਹੈ ਰਾਜਨੀਤੀ। ਹਰ ਧਿਰ ਇਹ ਚਾਹੁੰਦੀ ਹੈ ਕਿ ਅਸੀਂ ਕਿਸਾਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰੀਏ ਕਿ ਅਸੀਂ ਤਾਂ ਇਹਦੇ ਲਈ ਕੁਝ ਕਰਨ ਨੂੰ ਤਿਆਰ ਹਾਂ, ਪਰ ਇਹਦੇ ਲਈ ਕੇਂਦਰ ਕਰਨ ਨੂੰ ਤਿਆਰ ਨਹੀਂ। ਕੇਂਦਰ ਇਹ ਕਹੇ ਕਿ ਇਹ ਸਾਡੇ ਮੋਢੇ ਤੇ ਰੱਖ ਕੇ ਆਪਣੀ ਰਾਈਫਲ ਚਲਾਉਣੀ ਚਾਹੁੰਦੇ ਆ, ਜੇ ਆਪ ਕੁਝ ਕਰ ਸਕਦੇ ਆ ਖੁਦ ਕਰਨ। ਇਹ ਗੱਲਾਂ ਤਾਂ ਹੈਗੀਆਂ ਟਾਲੇ ਮਟੋਲੇ ਕਰਨ ਵਾਲੀਆਂ।
ਗੱਲ ਇਹ ਹੈ ਕਿ ਜੇ ਵਾਕਈ ਪ੍ਰਦੂਸ਼ਣ ਐਡਾ ਵੱਡਾ ਮਸਲਾ ਹੈ ਤਾਂ ਇਹਨਾਂ ਨੂੰ ਚਾਹੀਦਾ ਇਹ ਹੈ ਕਿ ਕੋਈ ਟੈਕਨੋਲੋਜੀਕਲ ਇੰਸਟੀਟਿਊਸ਼ਨ ਸਪੈਸ਼ਲ ਖੋਲਣ ਪੰਜਾਬ ਦੇ ਵਿੱਚ, ਜਿਸ ਦੇ ਵਿੱਚ ਇਸ ਕਿਸਮ ਦੀ ਗੱਲ ਕੀਤੀ ਜਾਵੇ ਕਿ ਅਸੀਂ ਪਰਾਲੀ ਨੂੰ ਫੂਕਣ ਦੀ ਬਜਾਏ ਉਸ ਤੋਂ ਕਿਹੜੇ ਕਿਹੜੇ ਪ੍ਰੋਡਕਟ ਬਣਾ ਸਕਦੇ ਹਾਂ। ਕੀ ਅਸੀਂ ਉਸ ਤੋਂ ਬੋਰਡ ਬਣਾ ਸਕਦੇ ਹਾਂ? ਕੀ ਅਸੀਂ ਉਸ ਤੋਂ ਡਿਸਪੋਜ਼ੇਬਲ ਬਰਤਨ ਬਣਾ ਸਕਦੇ ਹਾਂ? ਕੀ ਅਸੀਂ ਉਸ ਤੋਂ ਫਰਨੀਚਰ ਬਣਾ ਸਕਦੇ ਹਾਂ? ਕੀ ਅਸੀਂ ਉਸ ਤੋਂ ਬ੍ਰਿਕਸ ਬਣਾ ਸਕਦੇ ਹਾਂ? ਕੀ ਉਸ ਤੋਂ ਅਸੀਂ ਪੈਨਲਿੰਗ ਦਾ ਮਟੀਰੀਅਲ ਬਣਾ ਸਕਦੇ ਹਾਂ? ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਇਹਨਾਂ ਸਾਰੇ ਮਸਲਿਆਂ ਤੇ ਰਾਜਨੀਤੀ ਕਰਨ ਦੀ ਬਜਾਏ ਇਸ ਤੇ ਰਿਸਰਚ ਕੀਤੀ ਜਾਵੇ, ਇਸ ਮਟੀਰੀਅਲ ਨੂੰ ਪੰਜਾਬ ਦੇ ਵਿੱਚ ਕੰਜ਼ਿਊਮੇਬਲ ਬਣਾਇਆ ਜਾਵੇ, ਪੰਜਾਬ ਦੇ ਵਿੱਚ ਇਹਨੂੰ ਖਰੀਦਿਆ ਜਾਵੇ, ਰੀਸਾਈਕਲ ਕਰਨ ਸੰਬੰਧੀ ਨਵੀਂ ਟੈਕਨੋਲੋਜੀ ਲਿਆਂਦੀ ਜਾਵੇ ਤਾਂ ਕਿ ਇਹਦਾ ਕੋਈ ਹੱਲ ਨਿਕਲ ਸਕੇ। ਅਸੀਂ ਜਗਾੜੂ ਕਿਸਮ ਦੀਆਂ ਗੱਲਾਂ ਕਰਕੇ ਡੰਗ ਟਪਾਈ ਦੀ ਗੱਲ ਕਰਦੇ ਹਾਂ ਕਿ ਇਸ ਵਾਰੀ ਅਸੀਂ ਇਹ ਦੇ ਦਿਆਂਗੇ, ਕਿਸਾਨ ਨਹੀਂ ਫੂਕੂਗਾ, ਹੋ ਸਕਦਾ ਪੈਸੇ ਲੈਣ ਤੋਂ ਬਾਅਦ ਵੀ 2-4 ਲੋਕ ਫੂਕ ਦੇਣ। ਤਾਂ ਸਾਡਾ ਅਸਲੀ ਗੱਲ ਇਹ ਹੈ ਕਿ ਪ੍ਰਦੂਸ਼ਣ ਨੂੰ ਕਿਵੇਂ ਘਟਾਇਆ ਜਾਵੇ। ਉਹ ਉਨਾ ਚਿਰ ਨਹੀਂ ਘਟਦਾ ਜਿੰਨਾ ਚਿਰ ਕਿਸਾਨ ਨੂੰ ਇਹ ਨਹੀਂ ਲੱਗਦਾ ਕਿ ਜਿਹੜੀ ਉਹਦੀ ਪਰਾਲੀ ਹੈ ਉਹ 2500 ਦੀ ਬਜਾਏ 5000 ਦੀ ਵਿਕੂਗੀ। ਕਿਸਾਨ ਉਸ ਪਰਾਲੀ ਨੂੰ ਵੱਢ ਕੇ ਆਪ ਜਿਸ ਤਰੀਕੇ ਨਾਲ ਝੋਨੇ ਨੂੰ ਵੇਚ ਕੇ ਆਉਂਦਾ ਹੈ ਉਸੇ ਤਰੀਕੇ ਨਾਲ ਵੇਚ ਕੇ ਆ ਸਕਦਾ ਹੈ, ਬਸ਼ਰਤੇ ਕਿ ਉਹਦੇ ਛੋਟੇ ਛੋਟੇ ਉਹਨਾਂ ਮੰਡੀਆਂ ਵਾਂਗੂ ਸੈਂਟਰ ਬਣਾਏ ਜਾਣ, ਇਕੱਠੀ ਕੀਤੀ ਹੋਈ ਪਰਾਲੀ ਦਾ ਕੋਈ ਰੀਸਾਈਕਲ ਦੇ ਰੂਪ ਦੇ ਵਿੱਚ ਉਹਦੀ ਦੁਬਾਰਾ ਵਰਤੋਂ ਕੀਤੀ ਜਾ ਸਕਦੀ ਹੋਵੇ ਜਾਂ ਉਸਦੀ ਖਾਦ ਹੀ ਬਣਾਈ ਜਾ ਸਕਦੀ ਹੋਵੇ। ਗੱਲਾਂ ਦਾ ਕੜਾਹ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਹੈ, ਹੋ ਸਕਦਾ ਹੈ ਆਉਣ ਵਾਲੇ ਸਮੇਂ ਤੱਕ ਵੀ ਕੀਤਾ ਜਾਵੇ। ਕੁਝ ਮੁੱਦੇ ਐਸੇ ਹੁੰਦੇ ਆ ਜਿਹਨੂੰ ਵੋਟਾਂ ਦੇ ਨੇੜੇ ਆ ਕੇ ਬਹੁਤ ਵੱਡੇ ਪੱਧਰ ਤੇ ਉਛਾਲਿਆ ਜਾਂਦਾ ਹੈ, ਕਿਉਂਕਿ ਫਿਰ ਗੱਲ ਇਹ ਹੁੰਦੀ ਹੈ ਜਾਂ SYL ਦੀ ਜਾਂ ਸੂਬੇ ਦੇ ਵੱਧ ਅਧਿਕਾਰਾਂ ਦੀ ਜਾਂ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਜਾਂ ਪ੍ਰਦੂਸ਼ਣ ਦੀ ਗੱਲ ਤਾਂ ਚੱਲ ਪੈਂਦੀ ਹੈ, ਪਰ ਉਸ ਸੂਬੇ ਦੇ ਅਸਲੀ ਮੁੱਦੇ ਆ ਜਿਹੜੇ ਉਹਨਾਂ ਨੂੰ ਕਾਰਪੈਟ ਦੇ ਥੱਲੇ ਕਰ ਦਿੰਦੇ ਆ ਕਿ ਲੋਕਾਂ ਨੂੰ ਰੁਜ਼ਗਾਰ ਕਿੰਨਾ ਦੇਣਾ ਹੈ, ਲੋਕਾਂ ਦੀਆਂ ਹੋਰ ਮੰਗਾਂ ਕਿਹੜੀਆਂ ਕਿਹੜੀਆਂ ਹੈ, ਉਸ ਰਾਜ ਦੀ ਆਰਥਿਕ ਨੀਤੀ ਕਿਹੜੀ ਹੈ, ਰਾਜ ਲਈ ਕੀਤੇ ਗਏ ਵਾਅਦੇ ਪੂਰੇ ਕੀਤੇ ਆ ਕਿ ਨਹੀਂ। ਉਹਨਾਂ ਸਾਰੇ ਮੁੱਦਿਆਂ ਨੂੰ ਪਾਸੇ ਕਰਨ ਵਾਸਤੇ ਜਾਂ ਉਹਨਾਂ ਮੁੱਦਿਆਂ ਤੋਂ ਬਚਣ ਵਾਸਤੇ ਇਹਨਾਂ ਨੂੰ ਅਸੀਂ ਸਾਈਡ ਟਰੈਕ ਕਰਨ ਵਾਲੇ ਮੁੱਦੇ ਕਹਿਣੇ ਆ, ਆਪਣੇ ਮੂਲ ਮੁੱਦੇ ਤੋਂ ਭਟਕਾਉਣ ਵਾਲੀਆਂ ਗੱਲਾਂ ਕਹਿ ਸਕਦੇ ਆ। ਫਿਰ ਇਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੈਨੂੰ ਵੀ ਇਹ ਲੱਗਦਾ ਕਿ ਸਰਕਾਰਾਂ ਇਸ ਗੱਲ ਨੂੰ ਮਤਲਬ ਰਾਜਨੀਤੀ ਖੇਡਣ ਵਾਸਤੇ ਇਹੋ ਜਿਹੇ ਮਸਲੇ ਆ ਜਿਹੜੇ ਉਹਨਾਂ ਨੂੰ ਚੱਲ ਰਹੀਆਂ। ਜੇ ਅਸਲ ਹੱਲ ਕਰਨਾ ਤਾਂ ਉਹਦੇ ਲਈ ਉਹਨਾਂ ਨੂੰ ਵੱਡੇ ਪੱਧਰ ਤੇ ਵਿਗਿਆਨ ਦਾ, ਸਮਾਜ ਦੇ ਲੋਕਾਂ ਦਾ, ਸਮਾਜ ਦੇ ਵਿੱਚ ਖੇਤੀ ਨਾਲ ਜੁੜੇ ਹੋਏ ਕਿਸਾਨਾਂ ਦਾ ਜ਼ਰੂਰ ਸਹਿਯੋਗ ਲੈ ਕੇ ਕੋਈ ਕੰਪਰੀਹੈਂਸਿਵ, ਕੋਈ ਵਿਸ਼ਾਲ ਨੀਤੀ ਬਣਾ ਕੇ ਅੱਗੇ ਵਧਣਾ ਚਾਹੀਦਾ ਹੈ। ਸੁਖਵਿੰਦਰ ਜੀ, ਮੇਰਾ ਆਖਰੀ ਸਵਾਲ ਹੈ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਜਰਮਨ ਦੌਰੇ ਦੇ ਉੱਤੇ ਜਾ ਰਹੇ ਨੇ, ਕਹਿੰਦੇ ਉੱਥੇ ਜਾ ਕੇ ਕੁਝ MOU ਸਾਈਨ ਕਰਨੇ ਨੇ, ਪੰਜਾਬ ਦੇ ਵਿੱਚ ਨਿਵੇਸ਼ ਕਰਾਉਣਾ, ਉਹਨਾਂ ਤੋਂ ਕੁਝ ਮਰਸਡੀਜ਼ ਦੇ ਨਾਲ ਜੁੜੇ ਜਿਹੜੀਆਂ ਪਤਾ ਨਹੀਂ ਸ਼ਾਇਦ ਫੈਕਟਰੀਆਂ ਦੀ ਉਹ ਗੱਲ ਕਰਦੇ ਸੀਗੇ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਆਉਣਾ, ਉਹ ਲਾਉਣਗੇ ਇੱਥੇ ਆਪੋ ਆਪਣੇ ਪਲਾਂਟ, ਜ਼ਮੀਨ ਵੀ ਕਹਿੰਦੇ ਉਹਨਾਂ ਨੇ ਖਰੀਦ ਲਈ ਆ। ਕੀ ਇਸ ਤਰ੍ਹਾਂ ਦਾ ਸਹਿਯੋਗ ਜਿਹੜਾ ਉਹ ਬਾਕੀ ਮੁਲਕਾਂ ਦੇ ਨਾਲ ਜਾਂ ਪੰਜਾਬ ਦੇ ਵਿੱਚ ਜਾਂ ਸਾਡੇ ਇੱਥੇ ਮੁਲਕ ਦੇ ਵਿੱਚ ਵੀ ਬਹੁਤ ਵੱਡੀਆਂ ਫਰਮਾਂ ਨੇ ਜਿਨ੍ਹਾਂ ਦੇ ਨਾਲ ਰਲ ਕੇ, ਜਿਵੇਂ ਪਹਿਲਾਂ ਅਡਾਨੀ ਅੰਬਾਨੀ ਦੀ ਚਰਚਾ ਸੀ, ਉਹ ਠੀਕ ਆ ਕਿ ਉਹਨਾਂ ਦੇ ਉੱਤੇ ਬਹੁਤ ਸਵਾਲ ਖੜੇ ਹੋਏ ਤੇ ਪੰਜਾਬ ਦੇ ਵਿੱਚ ਇੱਕ ਵੱਡਾ ਵਿਰੋਧ ਖੜਾ ਹੋਇਆ, ਪਰ ਅੱਜ ਪੰਜਾਬ ਆਰਥਿਕ ਤੌਰ ਤੇ ਹੁੰਗਾਰਾ ਮੰਗਦਾ ਤੇ ਉਹਦੇ ਲਈ ਕਾਰਪੋਰੇਟ ਦਾ ਆਉਣਾ ਜ਼ਰੂਰੀ ਹੈ ਤੇ ਕਾਰਪੋਰੇਟ ਨੂੰ ਕਿਸ ਨੀਤੀ ਦੇ ਤਹਿਤ ਲਿਆਉਣਾ ਇਹ ਸਰਕਾਰ ਤੇ ਡਿਪੈਂਡ ਕਰਦਾ। ਦੇਖੋ, ਗੱਲ ਇਹ ਹੈ ਕਿ ਲੰਬੇ ਸਮੇਂ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਕਈ ਵਾਰੀ ਇੰਡਸਟਰੀਅਲ ਕਨਕਲੇਵ ਵਗੈਰਾ ਕਰਵਾ ਕੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਵੀ ਕੋਸ਼ਿਸ਼ ਕੀਤੀ ਕਿ ਸਾਡੇ ਨਿਵੇਸ਼ ਆਵੇ ਤੇ ਬਹੁਤ ਵੱਡੀਆਂ ਵੱਡੀਆਂ ਖਬਰਾਂ ਵੀ ਲੱਗੀਆਂ। ਇੱਕ ਬਹੁਤ ਗਵਰਨਮੈਂਟ ਦਾ ਵੱਡਾ ਹਿੱਸਾ ਹੈ ਜਿਹੜਾ ਉਹ ਪ੍ਰਚਾਰ ਵੀ ਕਰਦਾ ਰਿਹਾ ਕਿ ਸਾਡੇ ਕੋਲੇ ਇਸ ਕਿਸਮ ਦਾ ਨਿਵੇਸ਼ ਆਊਗਾ, ਪਰ ਨਿਵੇਸ਼ ਜ਼ਾਹਰਾ ਤੌਰ ਤੇ ਨਹੀਂ ਆਇਆ। ਉਹਦਾ ਕੀ ਕਾਰਨ ਹੋ ਸਕਦਾ ਹੈ, ਕਿਉਂ ਨਹੀਂ ਆਇਆ, ਇਹ ਵੱਖਰਾ ਸਵਾਲ ਹੈ, ਵੱਖਰੀ ਡਿਬੇਟ ਹੈ। ਪਰ ਮੈਂ ਇਹ ਕਹਿਣਾ ਕਿ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ। ਕੋਈ ਵੀ ਰਾਜ ਬਿਲਕੁਲ ਆਈਸੋਲੇਸ਼ਨ ਦੇ ਵਿੱਚ ਤਰੱਕੀ ਨਹੀਂ ਕਰ ਸਕਦਾ। ਮਰਸਡੀਜ਼ ਬਾਰੇ, ਗੱਡੀਆਂ ਬਾਰੇ ਕਾਰਖਾਨੇ ਲਿਆਉਣੇ ਮੁਬਾਰਕ ਪੰਜਾਬ 'ਚ ਆਉਣੇ ਚਾਹੀਦੇ ਹੈ, ਕਿਉਂਕਿ ਹੁਣ ਤੱਕ ਪੰਜਾਬ ਦੇ ਵਿੱਚੋਂ ਇੰਡਸਟਰੀ ਬਾਹਰ ਨੂੰ ਗਈ ਹੈ, ਬਾਹਰੋਂ ਅੰਦਰ ਨੂੰ ਬਿਲਕੁਲ ਨਹੀਂ ਆਈ। ਸਾਡਾ ਗੋਬਿੰਦਗੜ੍ਹ ਹੈ ਜਿਹੜਾ, ਉੱਥੋਂ ਲੋਹੇ ਦੀਆਂ ਇੰਡਸਟਰੀਜ਼ ਬਾਹਰ ਚਲੀਆਂ ਗਈਆਂ। ਲੁਧਿਆਣੇ ਦੇ ਵਿੱਚੋਂ ਸਾਡੇ ਛੋਟੇ ਕਲਪੁਰਜਿਆਂ ਦੇ ਕਾਰਖਾਨੇ ਬਾਹਰ ਚਲੇ ਗਏ। ਹੌਜ਼ਰੀ ਤਕਰੀਬਨ ਤਬਾਹ ਹੋ ਗਈ ਜਲੰਧਰ ਤੇ ਅੰਮ੍ਰਿਤਸਰ ਦੇ ਵਿੱਚੋਂ। ਅੱਜ ਸਥਿਤੀ ਇਹ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ।
ਪੰਜਾਬ ਦੇ ਵਿੱਚ ਜਿਸ ਇੰਡਸਟਰੀ ਦੀ ਬਹੁਤ ਜ਼ਿਆਦਾ ਲੋੜ ਹੈ, ਇਹਦੇ ਨਾਲ ਹੀ ਨਾਲ ਸ਼ਾਇਦ ਮੁੱਖ ਮੰਤਰੀ ਸਾਹਿਬ ਇਹਦੇ ਬਾਰੇ ਵੀ ਗੱਲ ਕਰਨਗੇ। ਪੰਜਾਬ ਦੇ ਵਿੱਚ ਜਿਹੜੀ ਫੂਡ ਪ੍ਰੋਸੈਸਿੰਗ ਇੰਡਸਟਰੀ ਹੈ ਉਹ ਵੱਡੇ ਪੱਧਰ ਤੇ ਇੰਟਰਨੈਸ਼ਨਲ ਲੈਵਲ ਦੀ ਨਹੀਂ ਹੈ। ਪੰਜਾਬ ਦੇ ਵਿੱਚ ਇੱਕ ਵੀ ਐਗ ਪਾਊਡਰ ਪਲਾਂਟ ਨਹੀਂ ਹੈ। ਪੰਜਾਬ ਦੇ ਵਿੱਚ ਬਹੁਤ ਘੱਟ ਮਾਤਰਾ ਦੇ ਵਿੱਚ ਜਿੰਨੀ ਲੋੜ ਹੈ ਉਸ ਅਨੁਸਾਰ ਜਿਹੜਾ ਸਾਡਾ ਭੋਜਨ ਤਿਆਰ ਹੁੰਦਾ ਹੈ। ਅਜੇ ਵੀ ਸਾਡਾ ਟਮਾਟਰ ਸੜਕਾਂ ਤੇ ਰੁਲਦਾ ਹੈ, ਅਜੇ ਵੀ ਸਾਡਾ ਆਲੂ ਹੈ ਜਿਹੜਾ ਸਿੱਟਣ ਵਾਲੇ ਭਾਅ ਤੇ ਆ ਜਾਂਦਾ ਹੈ, ਅਜੇ ਵੀ ਜਿਹੜੀ ਲਸਣ ਹੈ ਉਹ ਸ਼ਾਇਦ ਆਪਣਾ ਖੇਤੀ ਕਰਕੇ ਉਹ ਤੇ ਲਾਗਤ ਮੁੱਲ ਵੀ ਨਹੀਂ ਕੱਢ ਰਹੀ। ਸਾਨੂੰ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਵਿਸ਼ਵ ਦੇ ਵਿੱਚ ਸਾਡੇ ਨਾਲੋਂ ਬਹੁਤ ਐਡਵਾਂਸ ਟੈਕਨੋਲੋਜੀਜ਼ ਹੈਗੀਆਂ, ਉਹਨਾਂ ਟੈਕਨੋਲੋਜੀਜ਼ ਨੂੰ ਸਾਡੇ ਮੁਲਕ ਦੀ ਜਾਂ ਸਾਡੇ ਸੂਬੇ ਦੀ ਵਿਸ਼ੇਸ਼ ਤੌਰ ਤੇ ਮੈਂ ਕਹਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਨ੍ਹਾਂ ਨੂੰ ਸਾਂਭਿਆ ਜਾ ਸਕਦਾ ਹੈ, ਜਿਨ੍ਹਾਂ ਤੋਂ ਅਸੀਂ ਇਹ ਕਹੀਏ ਲਾਭ ਲਿਆ ਜਾ ਸਕਦਾ ਹੈ, ਉਹਨਾਂ ਸਾਰੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਪੰਜਾਬ ਦੇ ਬਹੁਤ ਮੁੰਡੇ ਅੱਜ ਵੀ IT ਦੇ ਵਿੱਚ ਜਾ ਕੇ ਬੰਗਲੌਰ ਜਾਂ ਅਮਰੀਕਾ ਕੈਨੇਡਾ ਦੇ ਵਿੱਚ ਕੰਮ ਕਰਦੇ ਹੈ। ਸਾਡੇ ਮੁੱਖ ਮੰਤਰੀ ਸਾਹਿਬ ਨੂੰ ਮਰਸਡੀਜ਼ ਦੇ ਨਾਲ ਹੀ ਨਾਲ ਇੰਟਰਨੈਸ਼ਨਲ ਲੈਵਲ ਦੀ ਕੋਈ IT ਹੱਬ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੀ ਇਨਵਾਈਟ ਕਰਨਾ ਚਾਹੀਦਾ ਹੈ। ਅਸੀਂ ਤਾਂ ਬੀਇੰਗ ਚਰਚਾ ਕਰਨ ਵਾਲੇ ਉਹਨਾਂ ਨੂੰ ਬੇਨਤੀ ਕਰ ਸਕਦੇ ਹਾਂ, ਸਰਕਾਰ ਪਾਲਿਸੀ ਬਣਾ ਕੇ ਜੇ ਇਸ ਕਿਸਮ ਦੇ ਕੰਮ ਕਰੂਗੀ ਤਾਂ ਇਹ ਬਹੁਤ ਹੀ ਮੁਬਾਰਕ ਕੰਮ ਹੈ। ਇਹਦੇ ਨਾਲ ਪੰਜਾਬ ਅੱਗੇ ਵਧੂਗਾ, ਨੌਜਵਾਨਾਂ ਨੂੰ ਰੁਜ਼ਗਾਰ ਮਿਲਣਗੇ। ਸੁਖਵਿੰਦਰ, ਯਕੀਨਨ ਤੌਰ ਤੇ ਰੰਗਲਾ ਪੰਜਾਬ ਬਣ ਸਕਦਾ। ਸ਼ੁਕਰੀਆ ਤੁਹਾਡਾ, ਧੰਨਵਾਦ, ਬਹੁਤ ਬਹੁਤ ਧੰਨਵਾਦ। ਸੋ ਦਰਸ਼ਕਾਂ ਨੂੰ ਅਪੀਲ ਹੈ ਕਿ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।